कल नूं जो दिन है उन्होंने कहा जाता है दीवाली। दीवाली शब्द की जो उपज है वो संस्कृत के शब्द तो दीप आवली तो बनया है शब्द दीवाली। संस्कृत का यह शब्द है और इनू दीप आवली क्या जाता है। ये कह लो भी दीपां वाली, दीप शब्द समझो दीपक दीवा, जिदे तो फिर बढ़िया दीपमाला। माला शब्द भी समझते हो, जिहड़े मनकियां नूं परोया जाता है एक तो बाद एक, वो जदों नाल नाल पूरे परोए जाते हैं तो उन्होंने आपां माला कहते हैं। इस तरह जिहड़े दीवे एक तो बाद एक लगाया जाता उन्होंने दीप माला कहते हैं। भी कोई कतार विच दीपावली तो बनया ये दिवाली शब्द। और फिर इनू चार प्रमुख धर्म जिहड़े कन मनाउंदे कन, चार प्रमुख धर्म बोधी, जैनी, हिंदू ते सिख। ये चार जिहड़े धर्मगण ये सब तो वध इस त्यौहार नूं मनाउंदे। दूसरे धर्म नहीं मनाउंदे ज़्यादा, सब तो वध ये चार धर्म मनाउंदे। और हरेक जगह ते जिथे जिथे कोई वसदा उत्थे उत्थे इस त्यौहार नूं मनाया जाता है। क्योंकि जे विदेशों में साडे लोग वसते ने हिंदू बोधी जैनी सिख तो उत्थे भी मनाया जाता है, पर उत्थे साडे देश तरह नहीं है, उत्थे परमिशन लैनी पैंदी है। तां क्या भी चार प्रमुख धर्म मनाउंदे, क्योंकि अदर कंट्री विच परमिशन लैनी पैंदी है कोई भी त्यौहार कोई फैसटीवल मनाउणा। उत्थे इजाजत नहीं, तुसीं अपनी मर्जी नाल जो मर्जी कर सकते हो, नहीं इजाजत लैनी पैंदी उन्हां। सो अगे जाके ये गल भी करांगे। हिंदू मत दे नाल जुड़ी हुई ये घटना है कि रामचंद्र जी जदों 14 साल का बनवास कट के वापस परते तो उन्होंने आमद विच दीपमाला की गई और लोगों ने खुशी मनाई भी जित हुई है। चंगियाई की जित होने करके बुराई की हार होने करके दीपमाला की गई। सिर्फ दीपमाला की गई सी तां इनू दीपावली कहते हैं। पर दीपमाला तो बाद किन्ना कुछ इहदे नाल जुड़ गया, असलोब उचारण वाला है। जिहड़ी दीपां दी आवली सी भी कल्ले दीपक, वैसे तो दीप भी जगाए जाने कोई चंगी गल नहीं, पर असल विच इह है भी खुशी जाहिर करन दे हनेरे नूं चानण विच तब्दील करन दे लई भी अज सच दा जिवें आगाज़ होया जां चंद्रमा चढ़िया उहदे लई असीं दीपमाला कीती, रोशनी चिराग कीता अपने नगरां नूं कि अज सच दी जित हुई, बुराई खत्म हुई है।
ਇਸ ਕਰਕੇ ਜਗਾਏ ਗਏ ਦੀਪ, ਇਸ ਕਰਕੇ ਦੀਵੇ ਜਗਾਏ ਗਏ। ਫਿਰ ਉਸ ਤੋਂ ਬਾਅਦ ਦੂਜੀ ਗੱਲ ਇਹ ਆ, ਲక్ష్ਮੀ ਦੀ ਵੀ ਇਸ ਦਿਨ ਪੂਜਾ ਕੀਤੀ ਜਾਂਦੀ ਹੈ। ਲక్ష్ਮੀ ਦੀ ਦੀਵਾਲੀ ਵਾਲੇ ਤੇ ਰਾਤ ਨੂੰ ਲੋਕ ਆਪਣੇ ਘਰਾਂ ਦੇ ਬੂਹੇ ਖੁੱਲੇ ਛੱਡ ਕੇ ਸੌਂਦੇ ਆ। ਵੀ ਉਹ ਕਹਿੰਦੇ ਆ ਵੀ ਸਾਡੇ ਘਰ ਲక్ష్ਮੀ ਆਏਗੀ ਤੇ ਲక్ష్ਮੀ ਦੇ ਸਾਡੇ ਘਰ ਢੇਰ ਲੱਗ ਜਾਣਗੇ, ਪਰ ਅੱਜ ਤੱਕ ਕਿਸੇ ਦੇ ਘਰ ਲੱਗੇ ਨਹੀਂ। ਰਾਤ ਨੂੰ ਬੂਹੇ ਖੁੱਲੇ ਛੱਡ ਕੇ ਸੌਂਦੇ ਆ ਤੇ ਫਿਰ ਬੜੀਆਂ ਵਾਰਦਾਤਾਂ ਵੀ ਹੋਈਆਂ। ਰਾਤ ਨੂੰ ਬੂਹੇ ਖੁੱਲੇ ਛੱਡਣ ਵਾਲਿਆਂ ਦੇ ਘਰਾਂ ਵਿੱਚ ਲੁੱਟਾਂ ਵੀ ਹੋਈਆਂ, ਕਤਲ ਵੀ ਹੋਏ। ਲక్ష్ਮੀ ਤੇ ਆਈ ਨਹੀਂ, ਪਰ ਰਾਖਸ਼ ਆ ਗਏ ਜਿਹੜੇ ਸਭ ਕੁਝ ਲੁੱਟ ਖੁੱਟ ਕੇ ਆਪਣੇ ਘਰ ਲੈ ਗਏ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਗਏ। ਹੁਣ ਇਹ ਕੁਰੀਤੀਆਂ ਸਾਡੇ ਅੰਦਰ ਆ ਗਈਆਂ, ਭਰ ਗਈਆਂ। ਇੱਕ ਕੱਲ ਵੀਰ ਜ਼ਿਕਰ ਕਰ ਰਿਹਾ ਸੀ ਰਾਤ ਦੇ ਵਕਤ ਵੀ ਇਸ ਦਿਨ ਰਾਤ ਨੂੰ, ਇਸ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਲੋਕੀ 2-2:30 ਵਜੇ ਮਿੱਟੀ ਕੱਢਣ ਜਾਂਦੇ ਆ। ਤੇ ਸੱਚ ਹੈ ਤੇ ਮੈਨੂੰ ਨਹੀਂ ਸੀ ਇਸ ਗੱਲ ਦਾ ਪਤਾ ਵੀ ਕਿਉਂ ਕੱਢਦੇ ਆ। ਤੇ ਮੈਂ ਫਿਰ ਪੜ੍ਹਿਆ, ਕਹਿੰਦੇ ਆ ਵੀ ਮਾਤਾ ਸੀਤਾ ਜੀ ਦੇ ਵਾਪਸ ਪਰਤਨ ਕਰਕੇ ਹੀ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਫਿਰ ਇਸ ਦਿਨ ਲੋਕ ਮਿੱਟੀ ਦਾ ਘਰ ਸ਼ਾਇਦ ਬਣਾ ਕੇ ਤੇ ਉਹਨੂੰ ਫਿਰ ਉੱਥੋਂ ਮਿੱਟੀ ਕੱਢਦੇ ਆ ਤੇ ਉਹ ਮਿੱਟੀ ਬਾਹਰ ਸੁੱਟਦੇ ਆ। ਇਹ ਪੂਰਵਜਾਂ ਕਰਕੇ, ਬਜ਼ੁਰਗਾਂ ਕਰਕੇ, ਮਰ ਚੁੱਕੇ ਬਜ਼ੁਰਗਾਂ ਕਰਕੇ ਇਹ ਕਰਮ ਕੀਤਾ ਜਾਂਦਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ। ਸ਼ਾਇਦ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪਤਾ ਨਹੀਂ ਕਿੱਦਾਂ ਕਿੱਦਾਂ ਦਾ ਸਿਸਟਮ ਅਸੀਂ ਆਪਣੇ ਕੋਲੋਂ ਸਿਰਜਿਆ, ਬਣਾਇਆ। ਉਹ ਪਿੱਤਰ ਕਿਤੇ ਖੁਸ਼ ਹੋ ਜਾਂਦੇ ਤੁਹਾਡੇ ਮਿੱਟੀ ਕੱਢਣ ਨਾਲ, ਕਿਉਂਕਿ ਸਤਿਗੁਰੂ ਜੀ ਤੇ ਗੱਲ ਕਹਿ ਰਿਹਾ, ਜੀਵਤ ਪਿੱਤਰ ਨਾ ਮਾਨੈ ਕੋ ਮੋਏ ਸ਼ਰਾਧ ਰੱਖ। ਜੁੰਦਿਆਂ ਜੀ ਬਾਪੂ ਨੂੰ ਪੁੱਛਿਆ ਕੋਈ ਨਹੀਂ ਤੇ ਮਰਨ ਤੋਂ ਬਾਅਦ ਉਹਦੇ ਲਈ ਮਿੱਟੀਆਂ ਕੱਢਦਾ ਫਿਰਦਾ। ਜੁੰਦਿਆਂ ਜੀ ਉਹਦੇ ਨਾਲ ਸਾਂਝ ਕੋਈ ਨਹੀਂ ਤੇ ਫਿਰ ਇੱਕ ਹੀ ਦਿਨ ਕਿਉਂ? ਇੱਕ ਹੀ ਦਿਨ ਕਿਉਂ? ਹਰ ਰੋਜ਼ ਕਿਉਂ ਨਹੀਂ? ਹਰ ਰੋਜ਼ 2-2:30 ਵਜੇ ਉੱਠ ਕਰ, ਰੋਜ਼ 2-2:30 ਵਜੇ ਉਸ ਟੋਬੇ ਤੇ ਜਾ, ਹਰ ਰੋਜ਼ ਹੀ ਮਿੱਟੀ ਕੱਢ ਕੇ ਆ। ਇੱਕ ਦਿਨ ਨਾਲ ਹੀ ਬਾਪੂ ਮੰਨ ਜਾਏਗਾ, ਇੱਕ ਦਿਨ ਨਾਲ ਹੀ ਸਾਰੀ ਸੰਤੁਸ਼ਟੀ ਹੋ ਜਾਏਗੀ। ਇੱਕ ਦਿਨ ਨਾਲ ਵੀ ਅਸੀਂ ਤੇ ਉਹ ਦੇਵੀ ਨੂੰ ਵੀ ਪੂਜਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫਿਰ ਮੱਥਾ ਟੇਕਦੇ ਹਾਂ, ਫਿਰ ਗੱਲ ਤੇ ਨਾ ਕੋਈ ਬਣੇ, ਸਾਂਝ ਤੇ ਨਾ ਹੋਈ ਫਿਰ ਆਪਣੇ ਸੱਚੇ ਬਾਪੂ ਨਾਲ। ਕਿਉਂ ਕਰਦੇ ਆ? ਕਿਉਂਕਿ ਇਹਦੇ ਪਿੱਛੇ ਉਹੀ ਗੱਲ ਮੈਂ ਕਈ ਵਾਰੀ ਦੁਹਰਾਨਾ ਵੀ ਸਾਡੇ ਬਜ਼ੁਰਗ ਤੇ ਸ਼ੁਰੂ ਤੋਂ ਕਰਦੇ ਆਏ ਨੇ। ਸਾਡੇ ਬਜ਼ੁਰਗ ਤੇ ਸ਼ੁਰੂ ਤੋਂ ਹਲਾਂ ਨਾਲ ਖੇਤੀ ਕਰਦੇ ਸਨ, ਤੁਸੀਂ ਵੀ ਕਰੋ। ਸਾਡੇ ਬਜ਼ੁਰਗ ਤੇ ਹਲਾਂ ਨਾਲ ਖੇਤੀ ਕਰਦੇ ਸਨ, ਤੁਸੀਂ ਕਿਉਂ ਨਹੀਂ ਕਰਦੇ ਬਾਈ? ਤੁਸੀਂ ਕਿਉਂ ਆਪਣੇ ਘਰਾਂ 'ਚ ਫਿਲਟਰ ਲਾਏ ਨੇ? ਸਾਡੇ ਬਜ਼ੁਰਗ ਤੇ ਖਾਲਾਂ ਤੋਂ ਪਾਣੀ ਪੀਂਦੇ ਸਨ, ਤੁਸੀਂ ਵੀ ਪੀਆ ਕਰੋ। ਸਾਡੇ ਬਜ਼ੁਰਗ ਤੇ ਉਸ ਟਾਈਮ ਦੇ ਅੰਦਰ ਖੇਤੀ ਕਰਨ ਲੱਗਿਆ ਹਲਾਂ ਦੀ ਵਰਤੋਂ, ਬਲਦਾਂ ਦੀ ਵਰਤੋਂ ਕਰਦੇ ਰਹੇ ਆ। ਚਾਰ ਨਾਲ ਰੋਟੀ ਖਾ ਲੈਂਦੇ ਸਨ, ਪਿਆਜ਼ ਨਾਲ ਖਾ ਲੈਂਦੇ, ਤੁਸੀਂ ਕਿਉਂ ਨਹੀਂ ਖਾਂਦੇ ਭਾਈ? ਪਾਟੇ ਪੁਰਾਣੇ ਕੱਪੜੇ ਪਾ ਕੇ ਗੁਜ਼ਾਰਾ ਕਰ ਲੈਂਦੇ ਸਨ, ਤੁਸੀਂ ਕਿਉਂ ਬ੍ਰਾਂਡਡ ਪਾਉਂਦੇ ਹੋ? ਤੁਸੀਂ ਕਿਉਂ ਫੈਸ਼ਨੇਬਲ ਹੋ ਗਏ? ਸਭ ਕੁਝ ਕਿਉਂ ਤੁਸੀਂ ਤਬਦੀਲ ਕਰ ਲਿਆ? ਆਪਣੇ ਬਜ਼ੁਰਗਾਂ ਵਰਗੇ ਰਹਿਣ ਦਿੰਦੇ। ਉਹ ਮਧਾਣੀ ਨਾਲ ਦੁੱਧ ਰਿੜਕਦੀਆਂ ਸਨ ਮਾਵਾਂ। ਅੱਜ ਕਿਉਂ ਇਲੈਕਟ੍ਰੋਨਿਕ ਮਧਾਣੀਆਂ ਨੇ ਸਾਡੇ? ਕਿਉਂ ਨਹੀਂ ਤੁਸੀਂ ਹੱਥਾਂ ਨਾਲ ਦੁੱਧ ਰਿੜਕਦੀਆਂ? ਫਿਰ ਰੱਖੋ ਨਾ, ਜੇ ਤੁਸੀਂ ਪੁਰਾਤਨ ਹੀ ਰੱਖਣਾ ਸਾਰਾ ਕੁਝ, ਫਿਰ ਰੱਖੋ, ਆਪਣਾ ਵਿਰਸਾ ਵੀ ਸਾਂਭੋ।
क्यों ना चीज़ों को अलोप करी जाते? चरखे कित्थे ने जी? अज हैं चरखे किते नहीं है। इन्हां नाल साडी साँझ कोनी, सब कुछ असीं अलोप कर दिता, खत्म कर दिता। ते जदों किते कोई धर्म की गल आई, साडे बजुर्ग करदे सी, उदों क्यों बजुर्गों की मनदे नहीं? बजुर्ग तो आ कुछ भी करते रहे जो कुछ मैं दसिया। सुआनियां इस्त्रियां सियाल आउण तो पहला सलाइयां लैके स्वेटर कोटियां बुननियां शुरू कर दिंदियां सन। कौन करदा? करदा कोई बिरला टावा एक अद्धा होवेगा। सारे नगर चों कोई 2-4 होणगियां बीबियां करदियां काम। नहीं रेडीमेड लैवांगे, 250-300 की कोटी आ जानी है, 500 की 1000 की आ जाए। की लोड़ पई इन्ना मत्था मार? क्यों नहीं करते? भी अज तुसीं कहंदे हो भी असीं ते बजुर्गां दी गल मनदे हां, मन्नो फिर बजुर्गां दी गल। बजुर्ग ते आ कुछ करते आया, तुसीं भी करो, फिर मन लांगे भी ठीक है बजुर्गों की गल मनदे ना। जिदन कोई तिहार आया उदन ही असीं मनदे हां बजुर्गों की। जिदन किते धर्म की गल आई उदन ही असीं बजुर्गों की गल मनदे। अगे पिछे सुते हुंदे, अगे पिछे क्यों नहीं जागदे सी? इसलिए मेरे साहिब ने सानू समझाया, सानू समझाउण दा यतन कीता भी लोग किते माफ करना, एक कम्यूनिटी किसी को नहीं कह रहा भी वो लोग जिहड़े लोगों ने साडे अंदर वहम भरम पैदा किए, एक चलाक विद्वान पंडित। हिंदू का मतलब ये नहीं, क्योंकि मैं ना पढ़िया, उस बंदे ने स्पीच दी, वो कहते सब तो बड़े 4 धर्म ने। कहता ब्राह्मण धर्म है, हिंदू धर्म नहीं। ਉਹਦਾ ਮੰਨਣਾ उस हिंदू वीर का, कहता ब्राह्मण धर्म है, हिंदू धर्म नहीं। क्यों ब्राह्मण धर्म? क्यों? क्यों कहता ब्राह्मण ही ब्राह्मण के घर विआह कराउंदा है, किसी होर अदर दे विच नहीं कराउंदा। इस तरह उन्हें होर 3 प्रमुख धर्मां की गल की। 9 प्रमुख वड्डे धर्म उन्हें दसे, जिन्हां विच ये 9 वड्डे धर्म आउंदे आ। बाकी होर भी धर्म ने, पर प्रमुख वड्डे धर्म दसे। सिख धर्म भी उन्हां विच आउंदा है 9 प्रमुख धर्मां च। सो कहण तो मुराद है जिहड़ा पंडित चलाक सी ना, उन्हें साडे अंदर ये सिस्टम बना दिता, पाया साडे भी जे मेरे बच्चे पटाके चलाउणगे तो सिखां दे भी चलाउणगे। बड़ा कुछ ऐसा है सिरजिया गया है जिहदे तो सानू सुचेत रहना पड़ेगा। सो खैर बात, मैं इधर उधर की गल नहीं कर रहा, स्पष्ट और सीधी गल कर। दीपमाला का मतलब सी दीपां दी माला। दीप जगाए गए सी उस दिन भी सच की जित हुई है। पर किसी को इतिहास पुछ के वेख लो, पता नहीं, बस दिवाली मनाई जाती। फिर अगे चलो, साडे नाल क्यों जुड़िया इस संबंध? असीं कहने इस दिन गुरु हरगोबिंद पातशाह जी ग्वालियर के किले तो 52 राजियां नूं छुड़ा के लेके आए सी। पर असल जदों इतिहासक घटनावां नूं पढ़ोगे, इतिहास नूं वाचोगे, भावें कि वो दिन ये नहीं बनता। उस दिन दिवाली नहीं सी जिस दिन गुरु हरगोबिंद पातशाह जी ग्वालियर के किले तो 52 राजियां नूं छुड़ा के लेके आए। दिवाली नहीं सी उस दिन, इतिहास पढ़ के वेख लो तुसीं। पर असी क्यों मनाने हाँ, इहदा भी एक कारण है। किते ना समझो भी इहदा कारण, इहदा भी एक कारण। ਉਹਦਾ ਇਹ ਕਾਰਨ ਹੈ ਵੀ ਸਿੱਖ ਇਸ ਦਿਨ ਆਪਣੇ ਗੁਰੂ ਦੇ ਲੜ ਲੱਗਣਗੇ, ਸਾਹਿਬ ਦੀ ਬਾਣੀ ਪੜ੍ਹਨਗੇ, ਕਰਤਾਰ ਦੀ ਬਾਣੀ ਨਾਲ ਜੁੜਨਗੇ। ਇਸ ਕਰਕੇ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਇਕੱਤਰ ਹੁੰਦੇ ਸਨ, ਇਕੱਠੇ ਹੁੰਦੇ ਸਨ ਤੇ ਬੈਠ ਕਰਕੇ ਜਿੱਥੇ ਗੁਰਮਤਾ ਹੁੰਦਾ ਸੀ ਉੱਥੇ ਰੱਬੀ ਬਾਣੀ ਨਾਲ ਜੁੜਿਆ ਜਾਂਦਾ ਸੀ।
ਸੇਵਾ ਕੀਤੀ ਜਾਂਦੀ ਸੀ, ਸਿਮਰਨ ਕੀਤਾ ਜਾਂਦਾ ਸੀ। ਇਸ ਦਿਨ ਵੱਧ ਚੜ ਕੇ ਸੰਗਤਾਂ ਉੱਥੇ ਪਹੁੰਚਦੀਆਂ ਸਨ, ਸੰਦੇਸ਼ ਦਿੱਤੇ ਜਾਂਦੇ ਸਨ ਔਰ ਸੰਗਤਾਂ ਪਹੁੰਚਦੀਆਂ ਸਨ ਉਸ ਜਗ੍ਹਾ ਤੇ। ਕਾਹਦੇ ਲਈ? ਵੀ ਸਿੱਖ ਆਪਣੇ ਵਿਰਸੇ ਨਾਲ, ਆਪਣੇ ਇਤਿਹਾਸ ਨਾਲ, ਗੁਰੂ ਕੀ ਬਾਣੀ ਨਾਲ ਜੁੜਿਆ ਰਵੇ। ਸਿੱਖ ਵੀ ਕਿਤੇ ਉਹਨਾਂ ਲੋਕਾਂ ਦੀ ਤਰ੍ਹਾਂ ਮਾੜੇ ਕਰਮ ਕਾਂਡਾਂ ਦੇ ਵਿੱਚ ਨਾ ਫਸ ਕੇ ਰਹਿ ਜਾਏ। ਦੀਵਾਲੀ ਵਾਲੇ ਦਿਨ ਅਦਰ ਧਰਮਾਂ ਦੇ ਵਿੱਚ ਬਹੁਤ ਕੁਝ ਕਰਮਕਾਂਡ ਕੀਤੇ ਜਾਂਦੇ ਆ। ਤੇ ਦੂਸਰਾ ਪੱਖ ਹੈ ਕਿ ਇਸ ਦਿਨ ਲੋਕੀ ਸ਼ਰਾਬ ਨਾਲ ਅੰਨੇ ਹੋ ਜਾਂਦੇ ਆ, ਨਸ਼ਾ ਕਰਦੇ ਆ, ਕੁਰੀਤੀਆਂ ਕਰਦੇ ਸਨ। ਉਹਨਾਂ ਕੁਰੀਤੀਆਂ ਤੋਂ ਬਚਣ ਲਈ ਸਾਨੂੰ ਗੁਰੂ ਘਰ ਨਾਲ ਜੋੜ ਕੇ ਰੱਖਿਆ ਸਾਹਿਬਾਨ ਵੀ ਅਸੀਂ ਗੁਰੂ ਘਰ ਤੋਂ ਨਾ ਟੁੱਟੀਏ, ਸਾਹਿਬ ਦੀ ਬਾਣੀ ਤੋਂ ਨਾ ਟੁੱਟੀਏ। ਜੇ ਲਾਂਭੇ ਜਾਵਾਂਗੇ ਦੂਜੇ ਨੂੰ ਵੇਖ ਕੇ ਅਸੀਂ ਵੀ ਦੀਵਾਲੀ ਉਸੇ ਤਰ੍ਹਾਂ ਦੀ ਮਨਾਵਾਂਗੇ ਜਿਵੇਂ ਦੀ ਦੀਵਾਲੀ ਉਹ ਲੋਕ ਮਨਾਉਂਦੇ। ਨਸ਼ੇ ਨਾਲ ਧੁੱਤ ਹੋ ਕਰਕੇ ਜੂਆ ਖੇਡਦੇ ਆ ਇਸ ਦਿਨ ਲੋਕ, ਕੁਕਰਮ ਕਰਦੇ। ਇਹਨਾਂ ਚੀਜ਼ਾਂ ਵਿੱਚ ਫਸ ਗਏ ਸੀ ਉਹ ਲੋਕ, ਤਾਂ ਕਰਕੇ ਸਾਨੂੰ ਉਹਨਾਂ ਚੀਜ਼ਾਂ ਵਿੱਚੋਂ ਕੱਢਣ ਲਈ ਇਹਦੇ ਨਾਲ ਜੋੜਿਆ ਗਿਆ ਕਿ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਆਉਣ ਦੀ ਆਮਦ ਵਿੱਚ, ਖੁਸ਼ੀ ਵਿੱਚ ਹੀ ਦੀਵਾਲੀ ਮਨਾਉਂਦੇ ਹਾਂ। ਪਰ ਦੀਵਾਲੀ ਨਹੀਂ ਅਸੀਂ ਮਨਾਉਂਦੇ, ਮਾਫ ਕਰੋ, ਸਾਡਾ ਦੀਵਾਲੀ ਨਾਲ ਕੋਈ ਸੰਬੰਧ ਨਹੀਂ। ਭਾਵੇਂ ਕਿ ਸਾਡਾ ਸੰਬੰਧ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਜੋੜਿਆ ਗਿਆ, ਪਰ ਜੋੜਨ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਇਸ ਦਿਨ ਰੱਜ ਕੇ ਪਟਾਕੇ ਚਲਾਉਣੇ ਆ ਜਾਂ ਕੁਝ ਕਰਨਾ ਨਹੀਂ। ਇਸ ਦਿਨ ਬਾਣੀ ਪੜ੍ਹਨੀ ਹੈ, ਸਤਿਗੁਰੂ ਨਾਲ ਜੁੜਨਾ ਹੈ। ਇਹ ਤਿਉਹਾਰ ਜੁੜਿਆ ਗਿਆ ਆਮਦ। ਹੁਣ ਇਹ ਗੱਲ ਕਰ ਲਈਏ ਵੀ ਉਸ ਟਾਈਮ ਦੇ ਅੰਦਰ ਤੇ ਇਕੱਲੇ ਦੀਵੇ ਹੀ ਸਨ, ਤੇ ਅੱਜ ਅਸੀਂ ਬੜਾ ਕੁਝ ਬਣਾ ਲਿਆ। ਘਰਾਂ ਦੇ ਉੱਪਰ ਲਾਈਟਿੰਗ ਕਰਦੇ ਆ, ਮੋਮਬੱਤੀਆਂ ਜਗਾਉਂਦੇ ਹਾਂ, ਕਿੰਨਾ ਕੁਝ ਕਰਦੇ ਆ ਨਾ। ਇਹ ਸਭ ਕੁਝ ਅੱਜ ਤੇ ਸਾਡੇ ਕੋਲ ਇਲੈਕਟ੍ਰੋਨਿਕ ਚੀਜ਼ਾਂ, ਘਰ ਅਸੀਂ ਰੋਸ਼ਨ ਕਰਦੇ ਹਾਂ ਸਾਰੇ। ਫਿਰ ਇੱਕ ਵੱਡੀ ਕੁਰੀਤੀ ਇਹ ਪੈ ਗਈ ਕਿ ਪਟਾਕੇ ਚਲਾਏ ਜਾਂਦੇ। ਜਦੋਂ ਰਾਮਚੰਦਰ ਜੀ ਆਏ ਸੀ ਉਦੋਂ ਕਿਹੜਾ ਪਟਾਕੇ ਬਣੇ ਸੀ, ਕਿਹੜੀ ਫੈਕਟਰੀ ਸੀ ਉਹ? ਜਾਂ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਆਏ ਸੀ ਉਦੋਂ ਕਿਹੜੀ ਆਤਿਸ਼ਬਾਜ਼ੀ ਹੋਈ ਸੀ, ਕਿਹੜੇ ਪਟਾਕੇ ਚਲਾਏ ਗਏ ਸਨ? ਹੈਗੇ ਸਨ ਉਦੋਂ ਪਟਾਕੇ? ਵਿਚਾਰਨਾ ਪਏਗਾ ਨਾ ਇਸ ਗੱਲ ਨੂੰ। ਨਹੀਂ ਸਨ। ਤੇ ਬੜੀ ਬਾਅਦ ਦੀ ਕਾਢ ਹੈ, ਬਹੁਤ ਸਮੇਂ ਬਾਅਦ ਦੀ ਆ ਜਿਹੜੇ ਪਟਾਕੇ ਚਲਾਏ ਜਾਂਦੇ। ਫਿਰ ਇਹ ਸਾਡੇ ਵਿੱਚ ਪੈ ਗਿਆ ਸਿਸਟਮ। ਇਸ ਕਰਕੇ ਬੜਾ ਕੁਝ ਐਸਾ ਹੈ ਜਿਹੜਾ ਸਾਡੇ ਨਾਲ ਜੋੜ ਦਿੱਤਾ ਗਿਆ। ਜੋ ਇਤਿਹਾਸ ਹੈ ਉਹਦੇ ਨਾਲ ਸਾਂਝ ਪਾਵਾਂ। ਸਮਾਂ ਬਚਿਆ ਤੇ ਸ਼ਾਮ ਦੇ ਦੀਵਾਨ ਅੰਦਰ ਸਾਂਝ ਕਰਾਂਗੇ। ਗੁਰੂ ਹਰਗੋਬਿੰਦ ਪਾਤਸ਼ਾਹ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਵੱਡ ਜੋਧਾ ਬੋ ਪਰ ਉਪਕਾਰੀ, ਜਿਨ੍ਹਾਂ ਦੀ ਪ੍ਰਥਾ ਇਹ ਕਿਹਾ ਜਾਂਦਾ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ। ਭਾਰੀ ਗੁਰੂ ਹਰਗੋਬਿੰਦ ਪਾਤਸ਼ਾਹ। ਹੁਣ ਗੁਰੂ ਨਾਨਕ ਦੇ ਘਰ ਦੇ ਨਾਲ ਤੇ ਸ਼ੁਰੂ ਤੋਂ ਬਾਬਰਕਿਆਂ ਦੀ ਲੱਗਦੀ ਆਈ, ਪਰ ਕੁਝ ਹੱਦ ਤੱਕ ਹੀ ਸੀ, ਜ਼ਿਆਦਾ ਨਹੀਂ ਸੀ। ਕਿਉਂ ਨਹੀਂ ਸੀ ਜ਼ਿਆਦਾ? ਕਿਉਂਕਿ ਸਤਿਗੁਰਾਂ ਦਾ ਲਿਬਾਸ ਸਾਦਾ ਤੇ ਸਿੰਪਲ ਸੀ ਔਰ ਸਤਿਗੁਰੂ ਜੀ ਧਰਮ ਦਾ, ਰੱਬੀ ਬਾਣੀ ਦਾ ਪ੍ਰਚਾਰ ਕਰਦੇ ਸਨ। ਪਰ ਜਦੋਂ ਹੀ ਉਹਨਾਂ ਲੋਕਾਂ ਨੇ, ਉਹਨਾਂ ਰਾਜਿਆਂ ਨੇ, ਕਿਉਂਕਿ ਅਕਬਰ ਤੱਕ ਇਹ ਸਿਸਟਮ ਬਿਲਕੁਲ ਮਿਲਵਰਤਨ ਵਾਲਾ ਚੱਲਦਾ ਰਿਹਾ। ਅਕਬਰ ਆ ਦਰਬਾਰ 'ਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛਕਦਾ ਰਿਹਾ ਗੁਰੂ ਕੇ ਦਰਬਾਰ 'ਚ। ਪਰ ਜਦੋਂ ਜਹਾਂਗੀਰ ਦਾ ਵਕਤ ਆਇਆ, ਜਹਾਂਗੀਰ ਕਲਗੀ ਲਾਉਂਦਾ ਹੈ, ਜਹਾਂਗੀਰ ਗੱਦੀ ਤੇ ਬੈਠਦਾ ਹੈ, ਜਹਾਂਗੀਰ ਰਾਜਿਆਂ ਵਾਲਾ ਠਾਠ ਬਾਠ ਹੈ ਪੂਰਾ। ਇਹ ਨਹੀਂ ਵੀ ਅਕਬਰ ਨਹੀਂ ਸੀ ਲਾਉਂਦਾ, ਜਿੰਨੇ ਵੀ ਰਾਜੇ ਹੋਏ ਇਹ ਸਾਰੇ ਕਲਗੀ ਇਤ ਆਦਿ ਕੇ ਸਭ ਕੁਝ ਸ਼ੌਂਕ ਸੀਗੇ। ਪਰ ਹੁਣ ਜਿਹੜਾ ਸ਼ਾਂਤਮਈ ਤਰੀਕੇ ਨਾਲ ਪ੍ਰਚਾਰ ਚੱਲ ਰਿਹਾ ਸੀ, ਲਿਬਾਸ ਦਾ ਜਿਹੜਾ ਸੀ ਬਹੁਤ ਜ਼ਿਆਦਾ ਫਰਕ ਸੀਗਾ ਰਾਜਿਆਂ ਦਾ ਔਰ ਗੁਰੂ ਸਾਹਿਬਾਨਾਂ ਦਾ।
सतगुरु गुरु हरगोबिंद पातशाह ने ये 3-4 फर्क मिटा दिते। गुरु हरगोबिंद पातशाह ने 3-4 फर्क मिटा दिते। केड़ा? गुरु हरगोबिंद पातशाह भी कलगी सजाउण लग पे। पहला फर्क कि गुरु हरगोबिंद पातशाह कलगी सजाउण लग पे। दूसरा फर्क, गुरु हरगोबिंद पातशाह जी 2 तलवारां पहनण लग पे। ना गुरु नानक दे पातशाह, ना गुरु अंगद दे पातशाह, ना गुरु अमरदास, ना गुरु रामदास महाराज, ना गुरु अर्जन दे पातशाह, 5 गुरु साहिबाना ने तलवार नहीं चुकी। पर गुरु हरगोबिंद पातशाह ने दूजा फर्क सीगा, क्योंकि राजे भी तलवार पहनते सन, राजे भी कलगी लाउंदे सन। गुरु हरगोबिंद पातशाह भी कलगी लाउंदे, गुरु हरगोबिंद पातशाह भी हथियार रखन लग पे। तीसरा फर्क, राजे तख्त ला के प्रजा दियां मुसीबतां सुनते ते फिर उन्हां दा हल करते, न्याय करते। भावें कि न्याय वो अन्याय वर्गा हुंदा सी, क्योंकि न्याय नहीं सी हुंदा, अन्याय ही हुंदा सी। जिहड़ा पैसे चाड़ दिंदा सी, हुक्मरान उहदे हक विच फैसला कर दिंदा सी। पर यह गुरु हरगोबिंद पातशाह का दरबार उस जहांगीर के दरबार नालों उच्चा सी, क्योंकि इत्थे पैसा नहीं सी लिया जाता, इत्थे रिश्वत नहीं सी चलती। ते क्या जांदा सी, अज तो बाद फैसले अकाल तख्त साहब के उपर होणगे, जिहड़ा हुक्म इत्थों जारी होएगा कुल सिख संगत नूं मनना पएगा। यह तीसरा फर्क सीगा। फिर राजे महाराजे सेनावां रखते सन, पर गुरु हरगोबिंद पातशाह ने एलानिया यह ऐलान कर दिता सी भी अज तो बाद जे साडे दरबार विच कुछ भेटा कर लई आउणा है ते साहब कहंदे नरोल जवानियां भेंट करो, घोड़े भेंट करो, शस्त्र भेंट करो। मैनूं आ कुछ चाहिदा, मैनूं कीमती दुशाले कीमती भेटावां की लोड़ नहीं। ते सच है 2200 घोड़ सवार गुरु हरगोबिंद पातशाह जी की सैना विच मौजूद सी। 2200 घोड़ सवार। हुण जिहड़े गुरु साहिबान शांतमई तरीके नाल प्रचार करते सन, राजियां वर्गी दिख नहीं सी उन्हां दी, राजियां वर्गी दिख नहीं सी उन्हां दी। अज गुरु हरगोबिंद पातशाह जी गुरु बनते आ, और गुरु बनने तो बाद उन्हां दी दिख राजे महाराजियां नालों भी उपर दी है। ठाठ बाट उन्हां नालों उपर दा। हुण उन्हां दे दिल विच गल खड़की भी है, तो कल नूं राजे बन जाणगे, हुक्मरान ते असीं गा, पर इहदी दिख ते साडे वर्गी है। माफ करना हूँ मैं ये गल कर दवां भी जिहड़ा कोई उत्ते बैठदा ना, क्योंकि दुख लगदा है भी कोई मर्जी कुछ पा सकता है, किते दी गल है। हुण मैं सिर्फ माड़ा जिहा हिंट देना भी साडे लोकां दे अंदर भी ये चीज़ है। हुण वो बंदा उत्थों दा हैड है, ते जिहड़ा हैड है उहदी जिहड़ी दिख है बहुत वधिया है, ते जिहड़ा थल्ले है, जिहड़ा थल्ले काम करदा वो भी उदां दी दिख बना लेंदा। मैं भी दस्तार इदां दी बननी है, मैं भी गातरा इदां दा पाउणा है, मैं भी इदां दा लिबास पाउणा है। जदों पा के आउंदा ते उहनूं कहंदा इधर आ भी आ गातरा मैं पाउणा है, तूं नहीं पाउणा। भी आ गातरा मैं पाउणा है, तूं नहीं पाउणा। क्यों बई? गुरु साहबान ने तो साडे अंदर कोई फर्क ही नहीं रखिया भी जे तू उत्ते बह गया हैड बन गया, इहदा मतलब ये थोड़ा भी जो तू करदा वो दूजा नहीं कर सकता। साडे च नहीं आए, क्योंकि सतगुरां ने सानू बराबर दिता है लिबास, क्योंकि उन्होंने फर्क पैंदा भी मेरी दिख बिगड़ती है भी ये तो इन्हां वर्गा पर उन्हां तो थल्ले आ। पर सज्जना ये फर्क मिटाए मेरे गुरु हरगोबिंद पातशाह ने।
ਸਤਿਗੁਰਾਂ ਨੇ ਕਿਹਾ ਸਿੱਖ ਰਾਜੇ ਮਹਾਰਾਜਿਆਂ ਵਰਗਾ ਲੱਗਣਾ ਚਾਹੀਦਾ। ਇਹ ਗੱਲ ਵੱਖਰੀ ਕਿ ਅਸੀਂ ਲੋਕ ਸੋਚਦੇ ਹਾਂ ਵੀ ਇਹ ਪਾਠੀ ਹੈ ਤੇ ਪਾਟੇ ਪੁਰਾਣੇ ਜਿਹੇ ਕੱਪੜੇ ਹੋਣ ਇਹਦੇ, ਪਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਰਾਜੇ ਬਣਾਇਆ, ਬਾਦਸ਼ਾਹ ਵਰਗੇ ਬਣਾਇਆ, ਕਿਉਂਕਿ ਉਹ ਖੁਦ ਬਾਦਸ਼ਾਹ ਬਣੇ ਤੇ ਆਪਣੇ ਸਿੱਖਾਂ ਨੂੰ ਵੀ ਬਾਦਸ਼ਾਹ ਬਣਾਇਆ। ਹੁਣ ਇਹ ਨਹੀਂ ਕਿਹਾ ਵੀ ਮਾੜੇ ਕੱਪੜੇ ਪਾਟੇ ਪੁਰਾਣੇ ਕੱਪੜੇ ਕੌਣ ਸਿੱਖ ਦੇ। ਲਿਬਾਸ, ਦਸਤਾਰ, ਗੁਫਤਾਰ ਤੇ ਰਫਤਾਰ, ਤਿੰਨੇ ਚੀਜ਼ਾਂ ਤੋਂ ਪਛਾਣਿਆ ਜਾਂਦਾ ਸਿੱਖ। ਦਸਤਾਰ, ਗੁਫਤਾਰ ਤੇ ਰਫਤਾਰ, ਤਿੰਨੇ ਚੀਜ਼ਾਂ ਜਿਹਦੇ ਕੋਲ ਨੇ, ਇਹ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ। ਤੇ ਸਾਹਿਬਾਂ ਦੀ ਦਿੱਖ ਜਦੋਂ ਰਾਜਿਆਂ ਵਰਗੀ ਬਣ ਗਈ, ਉਹਨਾਂ ਦੇ ਦਿਲ ਵਿੱਚ ਖੜਕੀ, ਕਿਉਂਕਿ ਜਿਹੜੇ ਢਾਡੀ ਨੱਥਾ ਤੇ ਅਬਦਲ ਸਤਿਗੁਰਾਂ ਦੀ ਸ਼ਰਨ ਵਿੱਚ ਢਾਡੀ ਵਾਰਾਂ ਗਾਉਂਦੇ ਸਨ, ਬਕਾਇਦਾ ਉਹਨਾਂ ਨੇ ਇੱਕ ਵਾਰ ਗੁਰੂ ਹਰਗੋਬਿੰਦ ਪਾਤਸ਼ਾਹ ਲਈ ਇਹ ਗਾਈ, ਜਿਹਦੇ ਵਿੱਚ ਜਹਾਂਗੀਰ ਨੂੰ ਨੀਵਾਂ ਵਿਖਾਇਆ ਗਿਆ ਸੀ। ਕੀ ਕਿਹਾ? ਕਹਿੰਦੇ ਕਨ ਪੱਗ ਤੇਰੀ ਕੀ ਜਹਾਂਗੀਰ ਦੀ। ਸਾਹਿਬਾ ਤੇਰੀ ਪੱਗ ਅੱਗੇ ਜਹਾਂਗੀਰ ਦੀ ਪੱਗ ਕੀ ਕਰੇਗੀ? ਤੇਰੀ ਦਸਤਾਰ ਏਡੀ ਸੋਹਣੀ ਹੈ ਕਿ ਜਹਾਂਗੀਰ ਦੀ ਦਸਤਾਰ ਤੇਰੀ ਦਸਤਾਰ ਅੱਗੇ ਫਿੱਕੀ ਪੈ ਜਾਂਦੀ। ਜਦੋਂ ਏਡੀ ਵੱਡੀ ਗੱਲ ਕਹਿ ਦੇ ਕੋਈ ਤੇ ਹੋਵੇ ਅਗਲਾ ਰਾਜਾ ਹੋਵੇ, ਤੇ ਏਡੀ ਵੱਡੀ ਗੱਲ ਵੀ ਜਹਾਂਗੀਰ ਦੀ ਪੱਗ ਤੇਰੀ ਪੱਗ ਅੱਗੇ ਕੁਝ ਵੀ ਨਹੀਂ, ਕੁਝ ਵੀ ਇਹਨੇ ਨਹੀਂ ਰੱਖ। ਅਗਲੇ ਦਾ ਤੇ ਮਰਨ ਹੋ ਗਿਆ ਵੀ ਮੈਂ ਰਾਜਾ ਵਾਂ ਤੇ ਮੇਰੀ ਪੱਗ ਨੂੰ ਇੰਨਾ ਨੀਵਾਂ ਵਿਖਾਇਆ ਗਿਆ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਪੱਗ ਨੂੰ ਉੱਚਾ, ਕਿਉਂਕਿ ਸਤਿਗੁਰਾਂ ਦਾ ਉਹਨੂੰ ਠਾਠ ਬਾਠ। ਫਿਰ ਉਹਨਾਂ ਕਿਹਾ ਵੀ ਤੁਸੀਂ ਤੇ ਭਗਤੀ ਦੀ ਗੱਲ, ਸਿਮਰਨ ਦੀ ਗੱਲ ਕਰਨ ਵਾਲੇ ਕਲਗੀਆਂ ਸਜਾਉਣ ਲੱਗ ਪਏ। ਭਗਤੀ ਦੀ ਗੱਲ ਕਰਨ ਵਾਲੇ, ਸਿਮਰਨ ਦੀ ਗੱਲ ਕਰਨ ਵਾਲੇ, ਸ਼ਕਤੀ ਦੀ ਗੱਲ ਕਰਨ ਲੱਗ ਪਏ, ਭਾਵ ਕੀ ਤਲਵਾਰ ਦੀ। ਫਿਰ ਤਲਵਾਰ ਅਸੀਂ ਤੇ ਇੱਕੋ ਪਹਿਨਦੇ ਆ, ਤੁਸੀਂ ਦੋ ਦੋ ਪਹਿਨ ਲਈਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਤ ਦੀ। ਦੋ ਤਲਵਾਰਾਂ ਵਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਤ ਦੀ। ਹੁਣ ਰਾਜਿਆਂ ਨਾਲੋਂ ਵੀ ਵੱਡੀ ਠਾਠ ਬਾਠ ਹੈ ਗੁਰੂ ਹਰਗੋਬਿੰਦ ਪਾਤਸ਼ਾਹ, ਜਿਸ ਕਾਰਨ ਕਰਕੇ ਜਹਾਂਗੀਰ ਦੇ ਹਿਰਦੇ 'ਚ ਗੱਲ ਖੜਕੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕੈਦ ਕਰ ਲਿਆ ਗਿਆ ਵੀ ਕੱਲ ਨੂੰ ਤੇ ਰਾਜ ਇਹਨਾਂ ਦਾ ਹੀ ਹੋਵੇਗਾ। ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕੈਦ ਕੀਤਾ ਗਿਆ। ਕੈਦ ਕਰਨ ਤੋਂ ਬਾਅਦ ਫਿਰ ਚੌਂਕੀਆਂ ਕੱਢੀਆਂ ਗਈਆਂ ਬਾਬਾ ਬੁੱਢਾ ਜੀ। ਹੁਣ ਇਹ ਵੀ ਗੱਲ ਕਰ ਦੇਵਾਂ ਵੀ 52 ਰਾਜੇ ਹੀ ਇਕੱਲੇ ਨਹੀਂ ਛਡਾਏ ਗੁਰੂ ਹਰਗੋਬਿੰਦ ਪਾਤਸ਼ਾਹ, ਜਾਂ 52 ਰਾਜੇ ਹੀ ਕਿਉਂ ਛਡਾਏ? ਇਹਦਾ ਵੀ ਕਾਰਨ ਹੈ, ਕਿਉਂਕਿ ਜਿਹੜੇ ਵੱਡੇ ਰਾਜੇ ਹੁੰਦੇ ਸਨ, ਜਿਹੜੇ ਛੋਟੇ ਛੋਟੀਆਂ ਰਿਆਸਤਾਂ ਦੇ ਮਾਲਕ ਹੁੰਦੇ ਸਨ, ਜਿਹੜਾ ਉਹਨਾਂ ਦਾ ਹੁਕਮਰਾਨ ਹੁੰਦਾ ਸੀ ਕੋਈ, ਜਿਵੇਂ ਮੁਗਲ ਸਮਰਾਟ ਗਏ ਰਾਜੇ, ਹਿੰਦੂ ਰਾਜੇ ਨੇ ਜਿਹੜੇ ਕੈਦ ਕੀਤੇ ਗਏ, ਉਹ ਛੋਟੀਆਂ ਛੋਟੀਆਂ ਰਿਆਸਤਾਂ ਦੇ ਰਾਜੇ ਨੇ, ਤੇ ਉਹਨਾਂ ਨੂੰ ਇੱਕ ਥਾਂ ਤੇ ਰੱਖਿਆ ਜਾਂਦਾ ਸੀ। ਜਿਵੇਂ ਹੁਣ ਤੁਸੀਂ ਇਹ ਕਹਿ ਲਓ ਵੀ ਅੱਜ ਦੇ ਸਮੇਂ 'ਚ ਵੇਖੋ, ਜਿਹੜੇ ਵੱਡੇ ਵੱਡੇ ਬੰਦੇ, ਜਿਹੜੇ VIP ਬੰਦੇ ਫੜੇ ਜਾਂਦੇ ਨੇ, ਉਹ ਆਮ ਕੈਦੀਆਂ ਵਿੱਚ ਥੋੜਾ ਰੱਖੇ ਜਾਂਦੇ ਨੇ, ਜੇਬ ਕਤਰਿਆਂ ਵਿੱਚ, ਛੋਟੇ ਛੋਟੇ ਕ੍ਰਾਈਮ ਕਰਨ ਵਾਲਿਆਂ ਵਿੱਚ ਥੋੜਾ ਉਹਨਾਂ ਨੂੰ ਰੱਖਿਆ ਜਾਂਦਾ। ਉਹਨਾਂ ਨੂੰ VIP ਸਿਸਟਮ ਦਿੱਤਾ ਜਾਂਦਾ, ਅਖਬਾਰ ਉਹਨਾਂ ਲਈ ਜਾਂਦੀ ਏ, ਕਿਤਾਬਾਂ ਉਹਨਾਂ ਕੋਲ ਹੁੰਦੀਆਂ ਨੇ, TV ਇੱਕ ਅੱਧ ਫੈਸਿਲਿਟੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਕਿ ਨਹੀਂ? ਮੰਨਦੇ ਹੋ ਨਾ ਇਹ ਗੱਲ? ਜਿਹੜੇ ਆਮ ਕੈਦੀ ਨੇ ਉਹ ਅਲੱਗ ਥਾਂ ਤੇ ਰੱਖੇ ਜਾਂਦੇ ਆ, ਪਰ ਜਿਹੜੇ VIP ਨੇ ਉਹਨਾਂ ਦਾ ਅਲੱਗ ਸਿਸਟਮ ਹੁੰਦਾ ਹੈ, ਉਹਨਾਂ ਨੂੰ ਸਭ ਕੁਝ ਪ੍ਰੋਵਾਈਡ ਕੀਤਾ ਜਾਂਦਾ। ਹੁਣ ਇਹੀ ਕਾਰਨ ਸੀ, ਜਿਹੜੇ ਵੱਡੇ ਰਾਜੇ ਸਨ ਉਹਨਾਂ ਦਾ ਅਲੱਗ ਥਾਂ ਤੇ ਉਹਨਾਂ ਨੂੰ ਕੈਦ ਕੀਤਾ ਗਿਆ ਸੀ, ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਵੀ ਕੈਦ ਕੀਤਾ ਗਿਆ ਸੀ। ਫਿਰ ਉੱਥੇ ਉਹਨਾਂ ਨੇ ਸੰਗਤ ਕੀਤੀ ਜੀ ਗੁਰੂ ਹਰਗੋਬਿੰਦ ਪਾਤਸ਼ਾਹ। ਸੋ ਸਮੇਂ ਦੀ ਸੰਪੰਨਤਾ ਹੈ, ਸ਼ਾਮ ਦੇ ਦੀਵਾਨ ਅੰਦਰ ਸਾਂਝ ਪਾਵਾਂਗੇ ਵੀ ਕਿੱਦਾਂ ਇਹ ਚੌਂਕੀਆਂ ਕਦੋਂ ਨਿਕਲੀਆਂ, ਕੀ ਸਿਸਟਮ ਸੀ, ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਕਿਵੇਂ ਉਹ ਰਾਜੇ ਜੁੜੇ।
ਸਤਿਗੁਰੂ ਜੀ ਕਿਰਪਾ ਕਰਨ, ਸ਼ਾਮ ਦੇ ਦੀਵਾਨ ਅੰਦਰ ਸਾਂਝ ਕਰਾਂਗੇ।